ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ। ਸੋ ਨਜ਼ਰ ਮਾਰਦੇ ਹਾਂ ਕਿ ਅਮਰੀਕਾ ਦੇ ਵਿੱਚ ਅੱਜ ਦਾ ਦਿਨ ਕਿਹੜੀਆਂ ਖਬਰਾਂ ਖਾਸ ਰਹੀਆਂ। ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਅਪੀਲ ਕੀਤੀ ਗਈ ਹੈ ਕਿ ਰੂਸ ਖਿਲਾਫ ਹੋਰ ਵੀ ਪਾਬੰਦੀਆਂ ਲਗਾਈਆਂ ਜਾਣ। 3 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ। ਦੋਹਾਂ ਦੇਸ਼ਾਂ ਵਿੱਚ ਅਜੇ ਵੀ ਜੰਗ ਲੱਗੀ ਹੋਈ ਹੈ। ਹੁਣ ਰਾਸ਼ਟਰਪਤੀ ਚਾਹੁੰਦੇ ਨੇ ਕਿ ਰੂਸ ਦੇ ਖਿਲਾਫ ਹੋਰ ਵੀ ਜ਼ਿਆਦਾ ਸਖਤੀ ਕੀਤੀ ਜਾਏ। ਹਾਲ ਹੀ ਵਿੱਚ ਜੋ ਯੂਕਰੇਨ ਤੇ 에ਅਰ ਸਟ੍ਰਾਈਕ ਕੀਤੀ ਗਈ ਉਸਨੇ 87 ਲੋਕਾਂ ਦੀ ਜਾਨ ਲੈ ਲਈ ਹੈ। ਰੂਸ ਵੱਲੋਂ ਯੂਕਰੇਨ ਤੇ ਜੋ 에ਅਰ ਸਟ੍ਰਾਈਕ ਕੀਤੀ ਗਈ ਉਸ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ। ਯੂਕਰੇਨ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਪਿਛਲੇ ਹਫ਼ਤੇ ਰੂਸ ਵੱਲੋਂ ਜੋ 에ਅਰ ਸਟ੍ਰਾਈਕ ਕੀਤੀ ਗਈ ਉਸ ਕਾਰਨ 87 ਲੋਕਾਂ ਦੀ ਮੌਤ ਹੋ ਗਈ। ਇਸ ਬਾਰੇ ਯੂਕਰੇਨ ਦੇ ਰਾਸ਼ਟਰਪਤੀ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ, ਜਿੱਥੇ ਉਹਨਾਂ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਇੱਕ ਸਿੰਗਲ ਸਟ੍ਰਾਈਕ ਵਿੱਚ ਹੀ ਇੰਨੇ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਹੋਵੇ। ਇੱਥੇ ਇਹ ਵੀ ਦੱਸ ਦਈਏ ਕਿ ਯੂਕਰੇਨ ਅਥਾਰਟੀਜ਼ ਵੱਲੋਂ ਪਿਛਲੇ ਹਫ਼ਤੇ ਜਾਣਕਾਰੀ ਦਿੱਤੀ ਗਈ ਸੀ ਕਿ ਸਟ੍ਰਾਈਕ ਵਿੱਚ 8 ਜਣਿਆਂ ਦੀ ਜਾਨ ਚਲੀ ਗਈ ਤੇ ਉਹਨਾਂ ਦੱਸਿਆ ਕਿ ਅਪ੍ਰੈਲ ਦੌਰਾਨ ਜੋ ਸਟੇਸ਼ਨ ਉੱਪਰ ਹਮਲਾ ਕੀਤਾ ਗਿਆ ਉਸਨੇ ਵੀ 52 ਲੋਕਾਂ ਦੀ ਜਾਨ ਲੈ ਲਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਇੱਕ ਵਾਰ ਫਿਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਰੂਸ ਖਿਲਾਫ ਹੋਰ ਵੀ ਪਾਬੰਦੀਆਂ ਲਗਾਈਆਂ ਜਾਣ ਤੇ ਉਹਨਾਂ ਨੂੰ ਆਰਥਿਕਤਾ ਦੇ ਪੱਖੋਂ ਕਮਜ਼ੋਰ ਕੀਤਾ ਜਾਵੇ। ਜ਼ਿਕਰਯੋਗ ਹੈ ਕਿ 3 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ। ਯੂਕਰੇਨ ਅਤੇ ਰਸ਼ੀਆ ਵਿਚਕਾਰ ਅਜੇ ਵੀ ਜੰਗ ਲੱਗੀ ਹੋਈ ਹੈ। ਰਸ਼ੀਆ ਵੱਲੋਂ ਯੂਕਰੇਨ ਤੇ ਫਰਵਰੀ ਮਹੀਨੇ ਦੌਰਾਨ ਹਮਲਾ ਕੀਤਾ ਗਿਆ ਸੀ। ਉਦੋਂ ਤੋਂ ਹੀ ਯੂਕਰੇਨ ਦੇ ਕਈ ਸ਼ਹਿਰਾਂ ਉੱਪਰ ਰੂਸ ਵੱਲੋਂ ਮਿਸਾਈਲਾਂ ਦਾਗੀਆਂ ਗਈਆਂ ਤੇ ਕਈ ਲੋਕਾਂ ਦੀ ਜਾਨ ਚਲੀ ਗਈ। ਵੱਡੀ ਗਿਣਤੀ ਵਿੱਚ ਲੋਕ ਯੂਕਰੇਨ ਛੱਡ ਚੁੱਕੇ ਨੇ। ਇਹਨਾਂ ਵਿੱਚੋਂ ਜ਼ਿਆਦਾਤਰ ਲੋਕ ਉਹ ਸਨ ਜਿਨ੍ਹਾਂ ਨੇ ਪੋਲੈਂਡ ਵਿੱਚ ਸ਼ਰਨ ਲਈ। ਬਾਕੀ ਦੇਸ਼ਾਂ ਵੱਲੋਂ ਵੀ ਕਈ ਵੱਡੇ ਐਲਾਨ ਕੀਤੇ ਗਏ ਤਾਂ ਕਿ ਯੂਕਰੇਨ ਤੋਂ ਆਉਣ ਵਾਲੇ ਰਿਫਿਊਜੀਆਂ ਨੂੰ ਉਹਨਾਂ ਦੇ ਦੇਸ਼ ਵਿੱਚ ਰਹਿਣ ਦਾ ਮੌਕਾ ਦਿੱਤਾ ਜਾਵੇ। ਇਸੇ ਕੜੀ ਤਹਿਤ ਕੈਨੇਡਾ ਅਤੇ ਅਮਰੀਕਾ ਵੱਲੋਂ ਵੀ ਕੁਝ ਖਾਸ ਪ੍ਰੋਗਰਾਮ ਲਿਆਂਦੇ ਗਏ ਸਨ। ਇੱਥੇ ਇਹ ਵੀ ਦੱਸ ਦਈਏ ਕਿ ਪਿਛਲੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਇੱਕ ਵੱਡੀ ਰਾਹਤ ਦਾ ਵੀ ਐਲਾਨ ਕੀਤਾ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇੱਕ ਹੋਰ $40 ਬਿਲੀਅਨ ਦੀ ਮਦਦ ਉਹਨਾਂ ਵੱਲੋਂ ਯੂਕਰੇਨ ਦੀ ਕੀਤੀ ਜਾਵੇਗੀ। ਲਗਾਤਾਰ ਇਹ ਦੇਸ਼ ਰੂਸ ਖਿਲਾਫ ਪਾਬੰਦੀਆਂ ਲਗਾਉਂਦੇ ਵੀ ਦਿਖਾਈ ਦੇ ਰਹੇ ਨੇ। ਉਹਨਾਂ ਦੇ ਦਾਖਲੇ ਤੇ ਵੀ ਰੋਕ ਲਗਾਈ ਜਾ ਰਹੀ ਹੈ, ਪਰ ਦੂਜੇ ਪਾਸੇ ਆਰਥਿਕਤਾ ਪੱਖੋਂ ਵੀ ਉਹਨਾਂ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਤੇ ਯੂਕਰੇਨ ਵੱਲੋਂ ਵੀ ਹਾਲਾਤਾਂ ਬਾਰੇ ਤਾਜ਼ਾ ਜਾਣਕਾਰੀ ਸਮੇਂ-ਸਮੇਂ ਤੇ ਦਿੱਤੀ ਜਾ ਰਹੀ ਹੈ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਬੱਸ ਹਾਦਸੇ ਦਾ ਸ਼ਿਕਾਰ ਹੋਈ। ਬੱਸ ਪਲਟ ਗਈ। ਪਲਟਣ ਕਾਰਨ 27 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਇਹਨਾਂ ਵਿੱਚੋਂ ਕੁਝ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿਹੜੇ 15 ਜਣਿਆਂ ਨੂੰ ਹਸਪਤਾਲ ਵਿੱਚ ਐਡਮਿਟ ਕਰਵਾਇਆ ਗਿਆ ਉਹਨਾਂ ਵਿੱਚ ਡਰਾਈਵਰ ਵੀ ਸ਼ਾਮਿਲ ਹੈ। ਮੈਰੀਲੈਂਡ ਤੋਂ ਹਾਦਸੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਬੱਸ ਪਲਟ ਗਈ। ਬੱਸ ਪਲਟਣ ਕਾਰਨ 27 ਜਣੇ ਜ਼ਖਮੀ ਦੱਸੇ ਜਾ ਰਹੇ ਨੇ। ਜੋ ਬੱਸ ਹਾਦਸੇ ਦਾ ਸ਼ਿਕਾਰ ਹੋਈ ਉਸ ਵਿੱਚ 47 ਜਣੇ ਸਵਾਰ ਸਨ। ਇਸ ਬਾਰੇ ਹੁਣ ਬਾਲਟਿਮੋਰ ਕਾਉਂਟੀ ਫਾਇਰ ਡਿਪਾਰਟਮੈਂਟ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ 27 ਜਣੇ ਜ਼ਖਮੀ ਹੋਏ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਆਈਆਂ ਨੇ। ਇਸ ਬਾਰੇ ਫਾਇਰ ਆਫੀਸ਼ੀਅਲਸ ਵੱਲੋਂ ਜੋ ਸਟੇਟਮੈਂਟ ਜਾਰੀ ਕੀਤੀ ਗਈ, ਉਹਨਾਂ ਦੱਸਿਆ ਕਿ ਇਹ ਹਾਦਸਾ ਸਵੇਰੇ 7 ਵਜੇ ਕਿੰਗਸਵਿਲੇ ਦੇ ਨੇੜੇ ਵਾਪਰਿਆ। ਇਸ ਬੱਸ ਵਿੱਚ 47 ਜਣੇ ਸਵਾਰ ਸਨ। ਜਿਹੜੇ 27 ਜਣੇ ਜ਼ਖਮੀ ਹੋਏ, ਇਹਨਾਂ ਵਿੱਚੋਂ 15 ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਲੋਕਲ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਵਿੱਚ ਹੋਰ ਕੋਈ ਵੀ ਵਾਹਨ ਇਨਵੋਲਵ ਨਹੀਂ ਪਾਇਆ ਗਿਆ। ਫਿਲਹਾਲ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਪੁਲਿਸ ਵਿਭਾਗ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਜਿਹੜੇ 15 ਜਣਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਉਹਨਾਂ ਵਿੱਚ ਬੱਸ ਨੂੰ ਚਲਾਉਣ ਵਾਲਾ ਡਰਾਈਵਰ ਵੀ ਸੀ। ਦੱਸ ਦਈਏ ਕਿ ਇਸ ਮਾਮਲੇ ਵਿੱਚ ਜਾਣੀ ਕਿ ਇਸ ਹਾਦਸੇ ਵਿੱਚ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਉਸ ਬਾਰੇ ਬਹੁਤੀ ਡਿਟੇਲ ਸਾਂਝੀ ਕੀਤੀ ਗਈ। ਸਿਰਫ ਇਹੀ ਦੱਸਿਆ ਗਿਆ ਕਿ 15 ਜਣਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮਾਮਲੇ ਦੀ ਜਾਂਚ ਪੁਲਿਸ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਬਾਕੀ ਦੀ ਅਪਡੇਟ ਦਿੱਤੀ ਜਾਵੇਗੀ। ਹੁਣ ਤੱਕ ਸਿਰਫ ਇਹੀ ਦੱਸਿਆ ਗਿਆ ਕਿ ਇਸ ਦੇ ਕਾਰਨ ਅਤੇ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਜਾਵੇਗੀ। ਅਮਰੀਕਾ ਵਿੱਚ ਵੀ ਨਵੇਂ ਵਾਇਰਸ ਨਾਲ ਸੰਬੰਧਿਤ ਕੁਝ ਮਾਮਲੇ ਸਾਹਮਣੇ ਆਏ ਨੇ। ਮੌਂਕੀਪੌਕਸ ਨਾਲ ਸੰਬੰਧਿਤ ਹੁਣ ਤੱਕ ਕਈ ਦੇਸ਼ਾਂ ਵਿੱਚ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਤੀਸਰੇ ਮਾਮਲੇ ਬਾਰੇ ਹੁਣ ਯੂਐਸ ਤੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸਿਆ ਗਿਆ ਕਿ ਇਹ ਮਾਮਲਾ ਫਲੋਰੀਡਾ ਨਾਲ ਸੰਬੰਧਿਤ ਹੈ, ਜਿਸ ਵਿਅਕਤੀ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਮੌਂਕੀਪੌਕਸ ਵਾਇਰਸ ਦੇ ਮਾਮਲੇ ਕਈ ਦੇਸ਼ਾਂ ਵਿੱਚ ਦਰਜ ਕੀਤੇ ਜਾ ਰਹੇ ਹਨ ਤੇ ਹੁਣ ਇਹਨਾਂ ਮਾਮਲਿਆਂ ਦੀ ਪੁਸ਼ਟੀ ਅਮਰੀਕਾ ਵਿੱਚ ਵੀ ਹੋਈ ਹੈ। ਹੈਲਥ ਅਥਾਰਟੀਜ਼ ਵੱਲੋਂ ਦੱਸਿਆ ਗਿਆ ਕਿ ਅਮਰੀਕਾ ਵਿੱਚ ਇਸ ਵਾਇਰਸ ਨਾਲ ਜੁੜਿਆ ਹੋਇਆ ਤੀਸਰਾ ਕੇਸ ਸਾਹਮਣੇ ਆਇਆ ਹੈ।
एक केस फ्लोरिडा नाल संबंधित दस्सिया जा रहा है, जिस बारे US सेंटर्स फॉर डिजीज़ कंट्रोल वालों जानकारी दी गई। उन्होंने कहा कि ये इंटरनेशनल ट्रैवल नाल जुड़िया होया मामला है। इस बारे फ्लोरिडा डिपार्टमेंट ऑफ हैल्थ वालों भी स्टेटमेंट जारी की। उन्हों का कहना है कि जो व्यक्ति इस मॉन्की पॉक्स वायरस नाल संक्रमित पाया गया उसनू आइसोलेट कर दिता गया। हुण इस संबंध विच CDC वालों कुछ टैसट किए गए ने ते उम्मीद की जा रही है कि जल्द इसके नतीजे सामने आउणगे। फिलहाल इस सूबे चों इस नाल संबंधित कोई होर मामला अजे दर्ज नहीं किया गया। इत्थे ਇਹ ਵੀ ਦੱਸ ਦਈਏ कि बुधवार ਨੂੰ एक पहला मामला मॉन्की पॉक्स नाल संबंधित अमेरिका तो दर्ज किया गया सी। मॉन्की पॉक्स वायरस की जे गल करिए तां ਇਹ ह्यूमन स्मॉल पॉक्स नाल मिलता है, पर यह उस तो हल्का दस्सिया जा रहा है। जिहड़ा पहला मामला अमेरिका विच दर्ज किया गया वो हाल ही विच कैनेडा गया सी। हैल्थ ऑफिशियल्स वालों हुण इस बारे डिटेल सांझी करदिआं कहा कि इसका आम लोकां नूं कोई खतरा नहीं है। इस तो बाद अमेरिका विच मॉन्की पॉक्स वायरस नाल संबंधित जिहड़े दूसरे मामले की पुष्टि हुई वो न्यूयॉर्क शहर नाल संबंधित दस्सिया गया, जो कि शुक्रवार नूं इस वायरस नाल पॉजिटिव पाया गया। इस तो इलावा यूरोप विच हुण तक इस नाल जुड़े हुए 100 केसां की पुष्टि हो चुकी है। इस वायरस बारे ये भी जानकारी दी गई है कि मॉन्की पॉक्स ज़्यादातर सेंट्रल अफ्रीका ते वैस्ट अफ्रीका दे विच दर्ज किया जा रहा है। इसके सिम्पटम्स विच बुखार, सिर दर्द, चमड़ी के उपर रैशेस होना दस्सिया गया है। विश्व सेहत संगठन वालों भी हाल ही विच इस बारे जानकारी सांझी की, जिथे उन्होंने दस्सिया कि यह सैक्शुअली ट्रांसमिट होता है। इस तो इलावा कैनेडा विच भी इस नाल संबंधित हुण तक कई केसेस रिकॉर्ड किए जा चुके हैं। पोर्टोरिको विच गोलियां चलियां, गोलियां लगन कारण 15 जाणियां दी जान चली गई। इस बारे पुलिस वालों जानकारी सांझी की गई। फिलहाल पीड़ितां दे नाम उन्हां वालों जनतक नहीं किए गए। पोर्टोरिको विच गोलियां चलियां, गोलियां लगन कारण 5 दी मौत होने बारे जानकारी सामने आई। अथॉरिटीज़ वालों इस मामले की जानकारी सांझी की गई, जिथे उन्होंने दस्सिया कि शनिवार रात को गोलियां चलियां, जिस कारण 5 जाणियां की मौत हो गई। पुलिस वालों जानकारी दी गई है कि विला हाउसिंग कॉम्पलैक्स के बाहर गोलियां चलियां। इस घटना नाल जिहड़े 5 पीड़ित जुड़े हुए ने, फिलहाल उन्हां दी पहचान पुलिस वालों जनतक नहीं की गई ते ना ही अजे तक यह स्पष्ट होया है कि इन्हां 5 जाणियां नूं गोली क्यों मारी गई। इस मामले के संबंध में पुलिस वालों अजे तक किसी को गिरफ्तार भी नहीं किया गया ते सस्पैक्ट बारे उन्होंने जानकारी सांझी नहीं की। दस्सणयोग है कि पिछले महीने एक अजिहा मामला पब्लिक हाउसिंग कॉम्पलैक्स तो सामने आया सी, जिथे पुलिस नूं 2 जाणे कार विच मृतक मिले सन। अथॉरिटीज़ वालों जानकारी दी गई है कि हुण तक इत्थे 235 लोगों की जान जा चुकी है। एक कतल के मामले दसे जा रहे हैं। पिछले साल इन्हां दी गिणती 234 दसी गई सी। पिछले साल के मुकाबले इस बार इन्हां मामलों में वाधा दर्ज किया जा रहा है, जो कि चिंता का विषय बनया हुआ है। हुण पुलिस इस सारे मामले की जांच पड़ताल कर रही है, जिस तो बाद उन्हां वालों बाकी की जानकारी दी जाएगी। पर फिलहाल ये नहीं दस्सिया गया कि इत्थे गोलियां किस कारण चलाईयां गईयां, किस वल्लों चलाईयां गईयां, ये भी पता करने की कोशिश की जा रही है। अजे तक किसी को हिरासत विच नहीं लिया गया ते ना ही पीड़ितां दे नाम अजे तक अथॉरिटीज़ वल्लों जनतक किए गए ने। न्यूयॉर्क का एक अजिहा मामला सामने आया जिथे गोलियां चलियां, एक व्यक्ति वल्लों जाने कि एक अणजाण व्यक्ति वल्लों दूसरे व्यक्ति ते गोली मारी गई। हुण अथॉरिटीज़ वल्लों इस मामले की की अपडेट दी गई, तुहानूं दस्सांगे इस खबर विच। मामला न्यूयॉर्क सबवे तो सामने आया जिथे गोलियां चलियां, गोली लगन कारण एक दी जान चली गई। अथॉरिटीज़ वालों हुण इस मामले की जानकारी सांझी की गई है, जिथे उन्होंने दस्सिया कि एक अणजाण व्यक्ति वालों गोलियां चला के एक यात्री नूं मौत के घाट उतार दिता गया। ये मामला न्यूयॉर्क सबवे तो सामने आया ते उन्होंने इसनूं अनप्रोवोक्ड अटैक दस्सिया है। पुलिस मुताबक एक गोलीबारी का मामला सवेरे 11:40 के करीब सामने आया। इस घटना में जिस व्यक्ति को गोलियां लगियां उसकी उम्र 48 साल के करीब दसी गई, जिसनूं जख्मी हालत में अस्पताल भर्ती करवाया गया, पर इत्थे उसकी जान नहीं बचाई जा सकी। शूटर बारे जानकारी दी गई कि वह इत्थों फरार हो गया, जिसकी सिक्योरिटी वीडियो हुण पुलिस विभाग वालों रिव्यू की जा रही है तो उसनूं लभण की कोशिश की जा रही है। हुण तक इस मामले के संबंध में पुलिस ने की अपडेट सांझी की है तो पुलिस वालों की डिटेल हुण तक दी गई, आओ तुहानूं सुणाउंदे हां उन्हां दी जुबानी। Officers responded to a report of a person shot inside of the Canal Street train station, located within the confines of the 5th Precinct. Upon arrival, the officers discovered a 48-year-old male with a gunshot wound to his torso.
officers immediately began to render aid and requested EMS. FDNY EMS arrived on the scene and transported the victim to Bellevue Hospital, where he succumbed to his injuries. The preliminary investigation reveals that the 48-year-old man was riding on a Manhattan-bound Q train and seated in the last car of the train. According to witnesses, the suspect was walking back and forth in the same train car and without provocation pulled out a gun and fired it at the victim at close range as the train was crossing the Manhattan Bridge. When the train pulled into the Canal Street station, the suspect fled off the train. Investigators are in possession of and currently reviewing the MTA security video obtained from the station. Witnesses have been located and are being interviewed by detectives, and at this time, there are no arrests. The suspect is described as a dark-skinned male who is heavy-set with a beard. He was last seen wearing a dark-colored hooded sweatshirt, gray sweatpants, and white sneakers. I am urging anyone who has any information that can help us with this investigation to call Crime Stoppers at 1-800-577-TIPS. All calls will be kept strictly confidential. ਸੋ ਇਹ ਸਨ ਕੁਝ ਖਬਰਾਂ ਜਿਹੜੀਆਂ ਅਮਰੀਕਾ ਤੋਂ ਅੱਜ ਦੇ ਦਿਨ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੇਰੇ ਇੰਦਰਪ੍ਰੀਤ ਕੌਰ ਸੰਘੇੜਾ ਨੂੰ ਦਿਓ ਇਜਾਜ਼ਤ।